बच्चों फर्स्ट चैप्टर जो पूरा पंजाबी च कर लगे ਜਿਹੜੇ ਤੁਹਾਨੂੰ ਮੈਂ ਨੋਟ ਸੈਂਡ ਕੀਤੇ ਸੀ ਕਿ ਮੈਨੇਜਮੈਂਟ ਇਜ਼ ਐਨ ਆਰਟ ਆਫ ਗੈਟਿੰਗ ਥਿੰਗ ਡਨ ਵਿਦ ਐਂਡ ਥਰੂ ਅਦਰਸ ਕਿ ਮੈਨੇਜਮੈਂਟ ਕੀ ਹੈ। ਮੈਨੇਜਮੈਂਟ ਇੱਕ ਕਲਾ ਹੈ, ਮਤਲਬ ਕਿ ਮੈਨੇਜਮੈਂਟ ਇੱਕ ਇੱਦਾਂ ਦੀ ਆਰਟ ਆ ਜਿਹਦੇ ਰਾਹੀਂ ਆਪਾਂ ਡਿਫਰੈਂਟ ਕੰਮ ਜਿਹੜੇ ਆ ਕਰ ਸਕਦੇ ਇੱਕ ਆਰਗੇਨਾਈਜੇਸ਼ਨ ਦੇ ਵਿੱਚ। ਆਰਗੇਨਾਈਜੇਸ਼ਨ ਕਿਸੇ ਵੀ ਤਰ੍ਹਾਂ ਦੀ ਉਹ ਆਰਗੇਨਾਈਜੇਸ਼ਨ ਹੋ ਸਕਦੀ ਆ ਐਂਡ ਕਿੱਦਾਂ ਅਦਰ ਕੋ ਕਰਾਉਣੇ, ਮਤਲਬ ਮੈਨੇਜਮੈਂਟ ਕੀ ਹੈ ਕਿ ਕਿੱਦਾਂ ਜਿਹੜਾ ਵਾ ਆਪਾਂ ਕੰਮ ਕਰਨੇ ਆ, ਆਪਾਂ ਫੰਕਸ਼ਨ ਪਰਫੋਰਮ ਕਰਨੇ ਆ ਅਤੇ ਕਿੱਦਾਂ ਉਹ ਫੰਕਸ਼ਨਸ ਜਿਹੜੇ ਆ ਕਿਸੇ ਹੋਰ ਪਰਸਨ ਕੋਲੋਂ ਵੀ ਕਰਵਾਉਣੇ ਆ। ਠੀਕ ਆ, ਇਹ ਸਾਰਾ ਜਿਹੜਾ ਆਪਾਂ ਚੈਪਟਰ ਆ ਨਾ ਇਹ ਇੱਕ ਮੈਨੇਜਰ 'ਤੇ ਟਿਕਿਆ ਹੋਇਆ ਵਾ ਕਿ ਇੱਕ ਮੈਨੇਜਰ ਜਿਹੜਾ ਵਾ ਹਰ ਆਰਗੇਨਾਈਜੇਸ਼ਨ 'ਚ ਕਿੱਦਾਂ ਕੰਮ ਕਰਦਾ ਵਾ। ਉਹ ਆਰਗੇਨਾਈਜੇਸ਼ਨ ਕੋਈ ਵੀ ਹੋ ਸਕਦੀ ਆ, ਆਰਗੇਨਾਈਜੇਸ਼ਨ ਇੱਕ ਇੰਸਟੀਟਿਊਟ ਵੀ ਹੋ ਸਕਦਾ ਵਾ, ਇੱਕ ਕਾਲਜ ਹੋ ਸਕਦਾ, ਇੱਕ ਸਕੂਲ ਹੋ ਸਕਦਾ, ਇੱਕ ਕੰਪਨੀ ਹੋ ਸਕਦੀ ਆ। ਠੀਕ ਆ, ਕਿਸੇ ਵੀ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੋ ਸਕਦੀ ਆ। ਸੋ ਮੈਨੇਜਮੈਂਟ ਕੀ ਹੈਗੀ ਆ ਕਿ ਇੱਕ ਕਲਾ ਵਾ। ਠੀਕ ਆ, ਇੱਕ ਇੱਦਾਂ ਦੀ ਆਰਟ ਵਾ ਜਿਹਦੇ ਰਾਹੀਂ ਕਿਸੇ ਪਰਸਨ ਜਿਹੜਾ ਵਾ ਕੋਈ ਵੀ ਪਰਸਨ ਦੂਸਰਿਆਂ ਕੋਲੋਂ ਕਿੱਦਾਂ ਕੰਮ ਲੈਂਦਾ ਵਾ। ਠੀਕ ਆ, ਦੂਸਰਿਆਂ ਕੋਲੋਂ ਕਿੱਦਾਂ ਕੰਮ ਕਰਵਾਉਂਦਾ ਵਾ। ਠੀਕ ਆ, ਉਸ ਆਰਟ ਨੂੰ ਜਿਹੜਾ ਵਾ ਮੈਨੇਜਮੈਂਟ ਕਹਿੰਦੇ ਆ। ਜਿਵੇਂ ਇੱਕ ਮੈਨੇਜਰ ਜਿਹੜਾ ਵਾ ਕਿਸੇ ਵੀ ਭਾਵੇਂ ਇੱਕ ਬੈਂਕ ਦਾ ਮੈਨੇਜਰ ਹੋਵੇ, ਭਾਵੇਂ ਕਿਸੇ ਕੰਪਨੀ ਦਾ ਮੈਨੇਜਰ ਹੋਵੇ। ਠੀਕ ਆ, ਉਹ ਖੁਦ ਕੰਮ ਨਹੀਂ ਕਰਦਾ, ਉਹ ਦੂਸਰਿਆਂ ਕੋਲੋਂ ਕੰਮ ਕਰਵਾਉਂਦਾ ਵਾ। ਠੀਕ ਆ, ਉਹ ਸਿਰਫ ਉਹਨਾਂ ਨੂੰ ਡਾਇਰੈਕਸ਼ਨਸ ਦਿੰਦਾ ਵਾ, ਉਹਨਾਂ ਨੂੰ ਜਿਹੜਾ ਵਾ ਰਿਸਪੋਂਸੀਬਿਲਿਟੀ ਅਤੇ ਅਥੋਰਟੀ ਜਿਹੜਾ ਵਾ ਸੌਂਪਦਾ ਵਾ, ਖੁਦ ਨਹੀਂ ਕੰਮ ਕਰਦਾ। ਜਿਹੜਾ ਕੰਮ ਕਰਨ ਨੂੰ ਕਹਿੰਦਾ ਵਾ ਅਤੇ ਉਹਦੇ ਮੈਥਡਸ ਵੀ ਉਹ ਖੁਦ ਦੱਸਦਾ ਵਾ। ਠੀਕ ਆ, ਇਸ ਸਾਰੀ ਟੈਕਨੀਕ ਨੂੰ ਮੈਨੇਜਮੈਂਟ ਕਹਿੰਦੇ ਆ। ਠੀਕ ਆ, ਔਰ ਇਹ ਆਰਟ ਸਿਰਫ ਕਿਹਦੇ ਕੋਲ ਹੁੰਦਾ ਵਾ, ਇੱਕ ਮੈਨੇਜਰ ਕੋਲ ਹੀ ਹੁੰਦਾ ਵਾ। ਆਪਾਂ ਸਾਰੇ ਸਬਜੈਕਟ 'ਚ ਇਹੀ ਪੜ੍ਹਨਾ ਵਾ ਕਿ ਮੈਨੇਜਮੈਂਟ ਜਿਹੜੀ ਕੀ ਹੈ ਅਤੇ ਕਿੱਦਾਂ ਜਿਹੜਾ ਵਾ ਫੰਕਸ਼ਨਸ ਨੂੰ ਮੈਨੇਜ ਕੀਤਾ ਜਾਂਦਾ ਵਾ। ਠੀਕ ਆ, ਨੈਕਸਟ ਜਿਹੜਾ ਮੈਨੇਜਮੈਂਟ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਕਿ ਮੈਨੇਜਮੈਂਟ ਕੈਨ ਬੀ ਡਿਫਾਈਨਡ ਦਾ ਪ੍ਰੋਸੈਸ ਆਫ ਗੈਟਿੰਗ ਥਿੰਗ ਡਨ ਵਿਦ ਦਾ ਏਮ ਆਫ ਅਚੀਵਿੰਗ ਆਰਗੇਨਾਈਜੇਸ਼ਨ ਗੋਲਸ ਐਂਡ ਇਫੈਕਟਿਵਲੀ ਐਂਡ ਐਫੀਸ਼ੈਂਟਲੀ। ਕਿ ਮੈਨੇਜਮੈਂਟ ਜਿਹੜਾ ਉਹਨੂੰ ਆਪਾਂ ਕਿੱਦਾਂ ਡਿਫਾਈਨ ਕਰ ਸਕਦੇ ਹਾਂ ਕਿ ਇਹ ਇੱਕ ਇੱਦਾਂ ਦੀ ਪ੍ਰੋਸੈਸ ਵਾ ਕਿ ਕਿੱਦਾਂ ਜਿਹੜਾ ਵਾ ਆਪਾਂ ਡਿਫਰੈਂਟ ਥਿੰਗਸ ਪਰਫੋਰਮ ਕਰਨੀਆਂ ਵਾ। ਡਿਫਰੈਂਟ ਥਿੰਗਸ ਦਾ ਮਤਲਬ ਕਿ ਫੰਕਸ਼ਨ ਕਿ ਕਿੱਦਾਂ ਆਪਾਂ ਜਿਹੜਾ ਵਾ ਫੰਕਸ਼ਨਸ ਪਰਫੋਰਮ ਕਰਨੇ ਆ ਔਰ ਫੰਕਸ਼ਨਸ ਇਸ ਤਰੀਕੇ ਨਾਲ ਪਰਫੋਰਮ ਕਰਨੇ ਆ ਕਿ ਜਿਹੜੀ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਕੰਮ ਕਰਦੇ ਪਏ ਉਹਦੇ ਉਹ ਗੋਲਸ ਜਿਹੜੇ ਆ ਇਫੈਕਟਿਵਲੀ ਅਤੇ ਐਫੀਸ਼ੈਂਟਲੀ ਤਰੀਕੇ ਦੇ ਨਾਲ ਜਿਹੜਾ ਵਾ ਅਚੀਵ ਹੋ ਸਕਣ। ਦੇਖੋ ਕੋਈ ਵੀ ਕੰਮ ਜਿਹੜਾ ਵਾ ਵਿਦਾਊਟ ਮੈਨੇਜਮੈਂਟ ਨਹੀਂ ਹੋ ਸਕਦਾ। ਇਸ ਸਾਰੇ ਸਬਜੈਕਟ 'ਚ ਆਪਾਂ ਇਹੀ ਪੜ੍ਹਨਾ ਵਾ। ਠੀਕ ਆ, ਭਾਵੇਂ ਕਿ ਇਵਨ ਆਪਣਾ ਘਰ ਹੀ ਕਿਉਂ ਨਾ ਹੋਵੇ, ਹਰ ਚੀਜ਼ ਨੂੰ ਆਪਾਂ ਮੈਨੇਜ ਕਰਕੇ ਹੀ ਚੱਲਦੇ ਹਾਂ। ਠੀਕ ਆ, ਆਪਣੇ ਪੇਰੈਂਟਸ ਵੀ ਇੱਕ ਤਰ੍ਹਾਂ ਦੇ ਮੈਨੇਜਰਸ ਹੀ ਹੁੰਦੇ ਆ। ਹਾਂ ਕਿ ਉਹ ਓਫੀਸ਼ਲੀ ਮੈਨੇਜਰ ਤਾਂ ਨਹੀਂ ਹੁੰਦੇ ਬਟ ਅਨਓਫੀਸ਼ਲੀ ਸੋ ਉਹਨਾਂ ਨੂੰ ਆਪਾਂ ਮੈਨੇਜਰ ਹੀ ਕਹਿ ਸਕਦੇ ਹਾਂ। ਜਿਹੜਾ ਆਪਣੇ ਅਵੇਲੇਬਲ ਰਿਸੋਰਸਿਸ ਜੋ ਵੀ ਉਹ ਕਮਾਉਂਦੇ ਆ ਫਾਈਨੈਂਸ਼ੀਅਲੀ। ਠੀਕ ਆ, ਉਹ ਉਹਦੇ ਵਿੱਚ ਆਪਣੇ ਪੂਰੇ ਘਰ ਨੂੰ ਮੈਨੇਜ ਕਰਦੇ ਆ। ਠੀਕ ਆ, ਇਹ ਸਬਜੈਕਟ ਜਿਹੜਾ ਵਾ ਆਪਾਂ ਪੜ੍ਹਨਾ ਪ੍ਰੋਫੈਸ਼ਨਲ ਵੇ ਦੇ ਨਾਲ ਹੀ ਆ ਬਟ ਇਹਦੇ ਵਿੱਚ ਆਪਾਂ ਇਹੀ ਸਿੱਖਣਾ ਵਾ ਕਿ ਕਿੱਦਾਂ ਇੱਕ ਮੈਨੇਜਰ ਜਿਹੜਾ ਵਾ ਉਹ ਇੱਕ ਆਰਗੇਨਾਈਜੇਸ਼ਨ ਦੇ ਸਾਰੀ ਥਿੰਗਸ ਨੂੰ, ਸਾਰੇ ਕੰਮਾਂ ਨੂੰ ਜਿਹੜਾ ਵਾ ਉਹ ਮੈਨੇਜ ਕਰਦਾ ਵਾ। ਮੈਨੇਜਮੈਂਟ ਦੇ ਵਿੱਚ ਜਿਹੜਾ ਵਾ ਗੋਲਸ ਤਾਂ ਹੀ ਅਚੀਵ ਹੋ ਸਕਦੇ ਆ ਜੇ ਉਹਦੇ 'ਚ ਜਿਹੜੀਆਂ ਵਾ ਦੋ ਚੀਜ਼ਾਂ ਹੋਣ, ਇੱਕ ਤਾਂ ਇਫੈਕਟਿਵਨੈਸ ਅਤੇ ਇੱਕ ਐਫੀਸ਼ੀਐਂਸੀ, ਜਿਹੜਾ ਕਿ ਨੀਚੇ ਡਿਫਰੈਂਸ 'ਚ ਦਿੱਤੀ ਹੋਈ ਆ। ਸੋ ਪਹਿਲਾ ਪੁਆਇੰਟ ਪੜ੍ਹਦੇ ਹਾਂ ਕਿ ਕੀ ਡਿਫਰੈਂਸ ਆ। ਪਹਿਲਾ ਮੀਨਿੰਗ ਇਫੈਕਟਿਵਨੈਸ ਦੇ ਵਿੱਚ ਕੀ ਆ ਕਿ ਇਫੈਕਟਿਵਨੈਸ ਜਿਹੜੀ ਆ ਰੈਫਰ ਕਰਦੀ ਆ ਕਿਸੇ ਵੀ ਜੋਬ ਨੂੰ ਜਿਹੜਾ ਵਾ ਟਾਈਮ 'ਤੇ ਕੰਪਲੀਟ ਕਰਨਾ। ਮਤਲਬ ਇਫੈਕਟਿਵਨੈਸ ਦਾ ਮਤਲਬ ਇਹੀ ਆ ਕਿ ਕਿਸੇ ਵੀ ਜਿਹੜਾ ਵਾ ਜੋਬ ਨੂੰ ਟਾਈਮ 'ਤੇ ਕੰਪਲੀਟ ਕਰਨਾ ਵਾ, ਉਹਦੇ ਉੱਤੇ ਭਾਵੇਂ ਜਿੰਨੀ ਮਰਜ਼ੀ ਕੋਸਟ ਆਵੇ। ਠੀਕ ਆ, ਪਰ ਉਹ ਟਾਈਮ 'ਤੇ ਜਿਹੜੀ ਹੈ ਕੰਪਲੀਟ ਹੋਣੀ ਚਾਹੀਦੀ ਆ, ਜਿੰਨੀ ਮਰਜ਼ੀ ਉੱਤੇ ਕੋਸਟ ਲੱਗ ਜੇ। ਐਫੀਸ਼ੀਐਂਸੀ ਦਾ ਮਤਲਬ ਇਹ ਹੈਗਾ ਵਾ ਕਿ ਜੋਬ ਨੂੰ ਜਿਹੜਾ ਵਾ ਕੰਪਲੀਟ ਕਰਨਾ ਵਾ ਇੱਕ ਇਫੈਕਟਿਵ ਮੈਨਰ ਦੇ ਨਾਲ, ਜਿਹਦੇ ਨਾਲ ਜਿਹੜਾ ਉਹਦੇ 'ਤੇ ਜਿਹੜੀ ਕੋਸਟ ਵਾ ਉਹ ਘੱਟੋ ਘੱਟ ਆਵੇ। ਠੀਕ ਆ, ਇਫੈਕਟਿਵਨੈਸ ਕੀ ਕਹਿੰਦੀ ਆ ਕਿ ਟਾਈਮ 'ਤੇ ਕੰਮ ਹੋ ਜਾਣਾ ਚਾਹੀਦਾ ਵਾ, ਕੋਸਟ ਜਿੰਨੀ ਮਰਜ਼ੀ ਆ ਜਾਏ। ਅਤੇ ਐਫੀਸ਼ੀਐਂਸੀ ਕਹਿੰਦੀ ਆ ਕਿ ਜਿਹੜੀ ਕੋਸਟ ਘੱਟ ਤੋਂ ਘੱਟ ਆਉਣੀ ਚਾਹੀਦੀ ਆ। ਠੀਕ ਆ, ਸੋ ਜਦੋਂ ਇੱਕ ਮੈਨੇਜਮੈਂਟ ਦੇ ਵਿੱਚ ਦੋਵੇਂ ਚੀਜ਼ਾਂ ਆ ਜਾਂਦੀਆਂ ਵਾ, ਇਫੈਕਟਿਵਨੈਸ ਅਤੇ ਐਫੀਸ਼ੀਐਂਸੀ, ਅਤੇ ਦੋਨੋਂ ਗੋਲ ਅਚੀਵ ਹੋ ਜਾਂਦੇ ਆ ਕਿ ਕਿਤੇ ਕੰਮ ਵੀ ਟਾਈਮ 'ਤੇ ਹੋ ਜਾਂਦਾ ਵਾ ਅਤੇ ਕੋਸਟ ਵੀ ਘੱਟ ਤੋਂ ਘੱਟ ਜਿਹੜੀ ਹੀ ਲੱਗਦੀ ਆ। ਦੂਸਰਾ ਆਬਜੈਕਟਿਵ ਕੀ ਆ ਕਿ ਇਫੈਕਟਿਵਨੈਸ ਦਾ ਮੇਨ ਆਬਜੈਕਟਿਵ ਹੈਗਾ ਵਾ ਕਿ ਟਾਈਮ 'ਤੇ ਕੰਮ ਕਰਨਾ ਅਤੇ ਐਫੀਸ਼ੀਐਂਸੀ ਦਾ ਮੇਨ ਜਿਹੜਾ ਹੈਗਾ ਉਹ ਕੋਸਟ ਨੂੰ ਰਿਡਿਊਸ ਕਰਨਾ ਤਾਂ ਕਿ ਕੋਸਟ ਬੈਨੀਫਿਟ ਫਰਮ ਨੂੰ ਹੋ ਸਕੇ। ਠੀਕ ਆ, ਇਫੈਕਟਿਵਨੈਸ ਦੇ ਵਿੱਚ ਟਾਈਮ ਜਿਹੜਾ ਵਾ ਮੇਨ ਕੰਪੋਨੈਂਟ। ਨੈਕਸਟ ਜਿਹੜਾ ਵਾ ਕਰੈਕਟਰਿਸਟਿਕਸ ਆਫ ਮੈਨੇਜਮੈਂਟ, ਜਿਹਦੇ 'ਚ ਪਹਿਲਾ ਪੁਆਇੰਟ ਹੈਗਾ ਇਹਨੂੰ ਫੀਚਰ ਵੀ ਕਹਿ ਸਕਦੇ ਆ, ਕਰੈਕਟਰਿਸਟਿਕਸ ਵੀ ਕਰਦੇ ਆ। ਪਹਿਲਾ ਪੁਆਇੰਟ ਹੈਗਾ ਵਾ ਗੋਲ ਓਰੀਐਂਟਡ ਪ੍ਰੋਸੈਸ। ਕਿ ਮੈਨੇਜਮੈਂਟ ਦਾ ਫੀਚਰ ਕੀ ਹੈਗਾ ਵਾ ਕਿ ਇੱਕ ਗੋਲ ਓਰੀਐਂਟਡ ਪ੍ਰੋਸੈਸ ਹੈਗੀ ਆ। ਠੀਕ ਆ, ਇਹਦੇ ਵਿੱਚ ਜਿਹੜਾ ਵਾ ਡਿਫਰੈਂਟ ਆਬਜੈਕਟਿਵ ਜਿਹੜੇ ਪਰਫੋਰਮ ਕੀਤੇ ਜਾਂਦੇ ਆ ਬਟ ਜਿਹੜੇ ਰਿਸੋਰਸਿਸ ਅਵੇਲੇਬਲ ਹੈਗੇ ਆ ਉਹਨਾਂ ਤੋਂ ਹੀ। ਠੀਕ ਆ, ਕਿ ਇੱਕ ਆਰਗੇਨਾਈਜੇਸ਼ਨ ਜਿਹੜੇ ਆਪਣੇ ਗੋਲ ਵੀ ਅਚੀਵ ਕਰਦੀ ਆ। ਠੀਕ ਆ, ਆਪਣੇ ਗੋਲ 'ਤੇ ਜਿਹੜਾ ਵਾ ਧਿਆਨ ਦਿੰਦੀ ਆ, ਜਿਹੜੇ ਉਹਦੇ ਕੋਲ ਅਵੇਲੇਬਲ ਰਿਸੋਰਸਿਸ ਹੈਗੇ ਆ ਉਹਨਾਂ ਨੂੰ ਹੀ ਯੂਜ਼ ਕਰਕੇ ਉਹ ਆਪਣੇ ਗੋਲ ਨੂੰ ਅਚੀਵ ਕਰਦੀ ਆ। ਜਿਵੇਂ ਇਸ ਵਕਤ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਟੀਚਿੰਗ ਆਪਾਂ ਸਕੂਲ ਦੇ ਵਿੱਚ ਨਹੀਂ ਕਰਦੇ ਪਏ। ਸੋ ਸਾਡਾ ਮੇਨ ਆਬਜੈਕਟਿਵ ਇਸ ਵਕਤ ਜਿਹੜਾ ਵਾ ਸਕੂਲ ਦਾ ਕੀ ਹੈਗਾ ਵਾ ਕਿ ਬੱਚਿਆਂ ਨੂੰ ਪੜ੍ਹਾਉਣਾ, ਅਤੇ ਆਪਾਂ ਜਿਹੜਾ ਵਾ
ਇਹ ਬੱਚਿਆਂ ਨੂੰ ਪੜ੍ਹਾਉਣ ਵਾਲਾ ਆਬਜੈਕਟਿਵ ਪਰਫਾਰਮ ਕਰਦੇ ਪਏ ਆ, ਠੀਕ ਆ, ਇਹਨੂੰ ਅਚੀਵ ਕਰਦੇ ਪਏ ਆ ਕਿੱਦਾਂ, ਜਿਹੜੇ ਸਾਡੇ ਕੋਲ ਅਵੇਲੇਬਲ ਰਿਸੋਰਸਿਸ ਹੈਗੇ ਆ, ਅਤੇ ਅਵੇਲੇਬਲ ਰਿਸੋਰਸਿਸ ਕੀ ਹੈਗੇ ਸਾਡੇ ਕੋਲ, ਆਨਲਾਈਨ ਮੈਥਡ, ਠੀਕ ਆ। ਇੱਦਾਂ ਹੀ ਸੈਕਿੰਡ ਹੈਗਾ ਵਾ ਪਰਵੇਸਿਵ ਦਾ ਮਤਲਬ ਹੈਗਾ ਵਾ ਯੂਨੀਵਰਸਲ ਇਨ ਨੇਚਰ, ਕਿ ਮੈਨੇਜਮੈਂਟ ਜਿਹੜਾ ਵਾ ਪੂਰੇ ਵਰਲਡ 'ਤੇ ਲਾਗੂ ਹੁੰਦੀ ਆ, ਠੀਕ ਆ। ਭਾਵੇਂ ਕਿ ਪੂਰੇ ਵਰਲਡ 'ਤੇ ਦੇਖੋ ਵਿਦਆਊਟ ਮੈਨੇਜਮੈਂਟ 'ਤੇ ਇੱਕ ਘਰ ਵੀ ਨਹੀਂ ਚੱਲ ਸਕਦਾ, ਵਿਦਆਊਟ ਮੈਨੇਜਮੈਂਟ ਕੁਛ ਨਹੀਂ ਹੁੰਦਾ, ਹਰ ਕੰਮ ਨੂੰ ਆਪਾਂ ਮੈਨੇਜ ਕਰਕੇ ਪਲਾਨ ਕਰਕੇ ਹੀ ਜਿਹੜਾ ਵਾ ਉਹ ਚੱਲਦੇ ਹਾਂ, ਠੀਕ ਆ। ਮੈਨੇਜਮੈਂਟ ਜਿਹੜਾ ਵਾ ਕਿਸੇ ਵੀ ਤਰ੍ਹਾਂ ਦੀ ਆਰਗੇਨਾਈਜੇਸ਼ਨ ਦੇ ਉੱਤੇ ਲਾਗੂ ਹੁੰਦੀ ਆ, ਭਾਵੇਂ ਉਹ ਇਕਨੋਮਿਕ ਹੋਵੇ, ਸੋਸ਼ਲ ਹੋਵੇ, ਜਾਂ ਭਾਵੇਂ ਪੋਲੀਟੀਕਲ ਹੋਵੇ, ਠੀਕ ਆ। ਪੋਲੀਟੀਕਲ ਪਾਰਟੀਜ਼ ਵੀ ਜਿਹੜਾ ਵਾ ਹਰ ਤਰੀਕੇ ਨੂੰ ਮੈਨੇਜ ਕਰਕੇ ਜਦੋਂ ਇਲੈਕਸ਼ਨਸ ਲੜਦੀਆਂ ਵਾ, ਮੈਨੇਜ ਕਰਕੇ ਹੀ ਇਲੈਕਸ਼ਨਸ ਲੜਦੀਆਂ ਵਾ। ਸੋ ਮੈਨੇਜਮੈਂਟ ਜਿਹੜਾ ਵਾ ਇਕਨੋਮਿਕ, ਸੋਸ਼ਲ ਅਤੇ ਪੋਲੀਟੀਕਲ ਕਿਸੇ ਵੀ ਤਰ੍ਹਾਂ ਦੀ ਆਰਗੇਨਾਈਜੇਸ਼ਨ 'ਤੇ ਲਾਗੂ ਹੁੰਦੀ ਆ, ਠੀਕ ਆ। ਉਹਦਾ ਸਾਈਜ਼ ਭਾਵੇਂ ਬਿਗ ਹੋਵੇ, ਸਮੋਲ ਹੋਵੇ ਜਾਂ ਲਾਰਜ ਹੋਵੇ, ਔਰ ਇਹ ਹਰੇਕ ਲੈਵਲ ਦੇ ਉੱਤੇ ਕੰਮ ਕਰਦੀ ਆ, ਟੌਪ ਲੈਵਲ, ਮਿਡਲ ਲੈਵਲ ਅਤੇ ਲੋ ਲੈਵਲ, ਤਿੰਨੇ ਲੈਵਲ 'ਤੇ ਜਿਹੜਾ ਇਹ ਜਿਹੜਾ ਵਾ ਕੰਮ ਕਰਦੀ, ਇਸ ਕਰਕੇ ਇਹਨੂੰ ਨੈਕਸਟ ਥਰਡ ਪੜੇਗਾ ਮਲਟੀ ਡਾਇਮੈਂਸ਼ਨਲ, ਕਿ ਮੈਨੇਜਮੈਂਟ ਜਿਹੜਾ ਵਾ ਉਹਦੇ ਵਿੱਚ ਇੱਕ ਤਰ੍ਹਾਂ ਦਾ ਕੰਮ ਨਹੀਂ ਹੁੰਦਾ, ਉਹ 'ਚ ਕਈ ਤਰ੍ਹਾਂ ਦੇ ਕੰਮ ਹੁੰਦੇ ਸੀ, ਮਤਲਬ ਕਿ ਕਈ ਡਿਮੈਂਸ਼ਨਸ ਦੇ ਤਰ੍ਹਾਂ ਕੰਮ ਹੁੰਦੇ, ਜਿਵੇਂ ਇੱਕ ਕੰਪਨੀ ਦੇ ਵਿੱਚ ਪ੍ਰੋਡਕਸ਼ਨ ਮੈਨੇਜਮੈਂਟ ਵੀ ਹੁੰਦਾ ਵਾ, ਸੇਲ ਮੈਨੇਜਮੈਂਟ ਵੀ ਹੁੰਦਾ, ਪਰਚੇਜ਼ ਮੈਨੇਜਮੈਂਟ, ਜਿਵੇਂ ਕਿ ਸੇਲ ਡਿਪਾਰਟਮੈਂਟ, ਪ੍ਰੋਡਕਸ਼ਨ ਡਿਪਾਰਟਮੈਂਟ, ਪਰਚੇਜ਼ ਡਿਪਾਰਟਮੈਂਟ, ਸਾਰੇ ਡਿਪਾਰਟਮੈਂਟ ਹੁੰਦੇ ਆ, ਹਰ ਡਿਪਾਰਟਮੈਂਟ ਦਾ ਇੱਕ ਅਲੱਗ ਮੈਨੇਜਰ ਹੁੰਦਾ ਵਾ, ਠੀਕ ਆ। ਸੋ ਇਹਦੇ ਵਿੱਚ ਜਿਹੜਾ ਇੱਕ ਕੰਮ ਨਹੀਂ ਹੁੰਦਾ, ਮਲਟੀ ਟਾਸਕਿੰਗ ਜਿਹੜੇ ਆ ਇਹਦੇ ਵਿੱਚ ਫੰਕਸ਼ਨਸ ਜਿਹੜੇ ਆ ਪਰਫਾਰਮ ਕੀਤੇ ਜਾਂਦੇ ਆ। ਫੋਰਥ ਕੰਟੀਨੈਂਸ, ਮੈਨੇਜਮੈਂਟ ਇੱਕ ਕੰਟੀਨਿਊਸ ਪ੍ਰੋਸੈਸ ਆ, ਇਹ ਨਹੀਂ ਕਿ ਆਪਾਂ ਇੱਕ ਵਾਰੀ ਕੰਮ ਮੈਨੇਜ ਕਰ ਲਿਆ ਤਾਂ ਉਹਨੂੰ ਦੂਜੀ ਵਾਰੀ ਮੈਨੇਜ ਕਰਨ ਦੀ ਲੋੜ ਨਹੀਂ ਪਏਗੀ, ਬਟ ਇੱਦਾਂ ਨਹੀਂ ਆ, ਮੈਨੇਜਮੈਂਟ ਜਿਹੜਾ ਵਾ ਕੰਟੀਨਿਊਸ ਚੱਲਦੀ ਰਹਿੰਦੀ ਆ, ਠੀਕ ਆ। ਕਿਉਂਕਿ ਇਹਦੇ ਵਿੱਚ ਕੁਝ ਫੰਕਸ਼ਨਸ ਹੁੰਦੇ ਆ, ਇਹਦੇ ਵਿੱਚ ਜਿਵੇਂ ਕਿ ਫੰਕਸ਼ਨਸ ਕਿਹੜੇ ਹੁੰਦੇ ਆ ਆਪਾਂ ਅੱਗੇ ਡਿਟੇਲ 'ਚ ਪੜਾਂਗੇ, ਜਿਹੜੇ ਇੱਥੇ ਲਿਖੇ ਫੋਰਥ ਪੁਆਇੰਟ 'ਚ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ ਅਤੇ ਕੰਟਰੋਲਿੰਗ, ਇਹਨੂੰ ਮੈਂ ਅੱਗੇ ਜਾ ਕੇ ਤੁਹਾਨੂੰ ਕਰਵਾਵਾਂਗਾ। ਨੈਕਸਟ ਹੈਗਾ ਵਾ ਕਿ ਇੱਕ ਜਿਹੜੀ ਆ ਗਰੁੱਪ ਐਕਟੀਵਿਟੀ ਹੈ। ਗਰੁੱਪ ਦਾ ਮਤਲਬ ਕਿ ਮੈਨੇਜਮੈਂਟ ਦੇ ਵਿੱਚ ਜਿੰਨੀਆਂ ਵੀ ਆਪਾਂ ਐਕਟੀਵਿਟੀਜ਼ ਪਰਫਾਰਮ ਕਰਦੇ ਹਾਂ, ਕੋਈ ਇੱਕ ਪਰਸਨ ਨਹੀਂ ਜਿਹੜਾ ਪਰਫਾਰਮ ਕਰ ਸਕਦਾ, ਠੀਕ ਆ। ਕੋਈ ਵੀ ਕੰਮ ਆ, ਕਿਸੇ ਵੀ ਆਰਗੇਨਾਈਜੇਸ਼ਨ ਕੋਈ ਕੰਮ ਇੱਕ ਸਿੰਗਲ ਪਰਸਨ ਨਹੀਂ ਕਰ ਸਕਦਾ, ਠੀਕ ਆ। ਗਰੁੱਪ ਆਫ ਪਰਸਨ ਮਿਲ ਕੇ ਹੀ ਇਹ ਕੰਮ ਕਰਦੇ ਆ, ਫਿਰ ਹੀ ਕੰਪਨੀ ਦੇ ਜਿਹੜੇ ਡਿਜ਼ਾਇਰ ਆਬਜੈਕਟਿਵ ਜਿਹੜੇ ਆ ਅਚੀਵ ਹੋ ਸਕਦੇ ਆ। ਦੈਨ ਡਾਇਨਾਮਿਕ ਫੰਕਸ਼ਨ ਦਾ ਮਤਲਬ ਹੈਗਾ ਵਾ ਕਿ ਜਿਹੜੇ ਮੈਨੇਜਮੈਂਟ ਦੇ ਜਿਹੜੇ ਫੰਕਸ਼ਨਸ ਹੁੰਦੇ ਆ ਨਾ, ਉਹ ਫਿਕਸਡ ਫੰਕਸ਼ਨਸ ਨਹੀਂ ਹੁੰਦੇ, ਉਹ ਟਾਈਮ ਦੇ ਅਕੋਰਡਿੰਗ, ਜ਼ਰੂਰਤ ਦੇ ਅਕੋਰਡਿੰਗ, ਸਿਚੁਏਸ਼ਨ ਦੇ ਅਕੋਰਡਿੰਗ ਚੇਂਜ ਹੁੰਦੇ ਰਹਿੰਦੇ ਆ, ਠੀਕ ਆ। ਡਿਫਰੈਂਟ ਕੰਪਨੀ ਆਪਣੇ ਪ੍ਰੋਡਕਟਸ ਜਿਹੜੇ ਚੇਂਜ ਕਰਦੀਆਂ ਰਹਿੰਦੀਆਂ ਵਾ, ਉਹਨਾਂ ਦੀ ਐਡਵਰਟਾਈਜ਼ਮੈਂਟ ਵੀ ਚੇਂਜ ਕਰਦੀਆਂ ਵਾ, ਠੀਕ ਆ। ਉਹਨਾਂ ਨੂੰ ਜਿਹੜਾ ਵਾ ਉਹਨਾਂ ਦਾ ਬ੍ਰਾਂਡ ਨੇਮ ਵੀ ਜਿਹੜਾ ਉਹ ਚੇਂਜ ਕਰਦੀਆਂ ਰਹਿੰਦੀਆਂ ਵਾ। ਸੋ ਅਗਰ ਮਾਰਕੀਟ ਦੇ ਵਿੱਚ ਸਰਵਾਈਵ ਕਰਨਾ, ਮਾਰਕੀਟ 'ਚ ਆਪਣਾ ਪ੍ਰੋਡਕਟ ਵੇਚਣਾ ਵਾ, ਤਾਂ ਉਹਨਾਂ ਨੂੰ ਡਿਫਰੈਂਟ ਤਰ੍ਹਾਂ ਦੇ ਫੰਕਸ਼ਨਸ ਪਰਫਾਰਮ ਕਰਨੇ ਪੈਂਦੇ, ਉਹਨੂੰ ਡਾਇਨਾਮਿਕ ਫੰਕਸ਼ਨਸ ਕਿਹਾ ਗਿਆ ਵਾ। ਅਤੇ ਲਾਸਟ ਹੈਗਾ ਵਾ ਇਨਟੈਂਜੀਬਲ ਫੋਰਸ ਦਾ ਮਤਲਬ ਹੈਗਾ ਵਾ ਜਿਹੜੀ ਆਪਾਂ ਦੇਖ ਨਹੀਂ ਸਕਦੇ, ਬਟ ਉਹਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਮੈਨੇਜਮੈਂਟ ਦੇ ਵਿੱਚ ਵੀ ਇੱਕ ਇੱਦਾਂ ਦੀ ਜਿਹੜੀ ਫੋਰਸ ਵਾ, ਠੀਕ ਆ, ਇੱਕ ਇੱਦਾਂ ਦੀ ਜਿਹੜੀ ਤਾਕਤ ਵਾ ਜਿਹੜੀ ਕਿ ਆਰਗੇਨਾਈਜੇਸ਼ਨਸ ਨੂੰ ਗੁੱਡ ਫੀਲ ਕਰਾਉਂਦੀ, ਜਿਹੜੀ ਆਰਗੇਨਾਈਜੇਸ਼ਨਸ ਨੂੰ ਕਾਫੀ ਹਾਇਰ ਜਿਹੜੀ ਆ ਪਰਫਾਰਮੈਂਸ ਦੇ ਉੱਪਰ ਲੈ ਜਾਂਦੀ ਆ, ਠੀਕ ਆ। ਕਿਉਂਕਿ ਲੋਟਸ ਆਫ ਪੀਪਲਸ ਜਿਹੜੇ ਆ, ਲੋਟਸ ਆਫ ਗਰੁੱਪਸ ਜਿਹੜੇ ਆ ਇੱਕ ਮੈਨੇਜਮੈਂਟ ਦੇ ਅੰਡਰ ਕੰਮ ਕਰਦੇ ਆ, ਜਦੋਂ ਸਾਰੇ ਅਚੀਵ ਕਰਦੇ ਆਪਣਾ ਗੋਲ। ਨੈਕਸਟ ਆਬਜੈਕਟਿਵ ਆਫ ਮੈਨੇਜਮੈਂਟ, ਪਹਿਲਾ ਆਬਜੈਕਟਿਵ ਆਰਗੇਨਾਈਜੇਸ਼ਨ ਆਬਜੈਕਟਿਵ ਜਿਹੜੇ ਆਪਾਂ ਬਿਜ਼ਨਸ ਸਟੱਡੀ ਦੇ ਆਬਜੈਕਟਿਵਸ ਵੀ ਪੜ੍ਹੇ ਸੇਮ ਹੀ ਆ, ਠੀਕ ਹੈ। ਜਿਹਦੇ 'ਚ ਪਹਿਲਾ ਜਿਹੜਾ ਆਬਜੈਕਟਿਵ ਹੈਗਾ ਮੈਨੇਜਮੈਂਟ ਦਾ ਕਿ ਬਿਜ਼ਨਸ ਜਿਹੜਾ ਵਾ ਕਿੱਦਾਂ ਸਰਵਾਈਵ ਕਰੇ, ਠੀਕ ਆ। ਆਰਗੇਨਾਈਜੇਸ਼ਨਸ ਨੂੰ ਜਿਹੜਾ ਵਾ ਇਸ ਤਰੀਕੇ ਨਾਲ ਸਰਵਾਈਵ ਕਰਵਾਉਣਾ ਵਾ ਕਿ ਇੰਨਾ ਕੁ ਰੈਵਨਿਊ ਕਮਾਉਣਾ ਵਾ ਤਾਂ ਕਿ ਉਹਦੀਆਂ ਕਾਸਟ ਜਿਹੜੀਆਂ ਕਵਰ ਹੋ ਸਕਣ। ਸੈਕਿੰਡ ਪ੍ਰੋਫਿਟ, ਕਿ ਪ੍ਰੋਫਿਟ ਜਿਹੜਾ ਮੇਨ ਰੋਲ ਅਦਾ ਕਰਦਾ ਵਾ ਬਿਜ਼ਨਸ ਰਿਸਕ ਨੂੰ ਜਿਹੜਾ ਵਾ ਫੇਸ ਕਰਨ ਦੇ ਵਿੱਚ ਵੀ, ਅਤੇ ਇੱਕ ਬਿਜ਼ਨਸ ਨੂੰ ਸਕਸੈਸਫੁਲ ਚਲਾਉਣ ਦੇ ਵਿੱਚ ਵੀ, ਠੀਕ ਹੈ। ਇਹ ਵੀ ਆਬਜੈਕਟਿਵ ਜਿਹੜਾ ਅਚੀਵ ਕਰਨਾ। ਥਰਡ ਗਰੋਥ, ਕਿ ਮੈਨੇਜਮੈਂਟ ਜਿਹੜਾ ਵਾ ਮਸਟ ਇਨਸ਼ੋਰ ਕਰੇ ਕਿ ਮੈਨੇਜਮੈਂਟ ਨੂੰ ਇਹ ਚਾਹੀਦਾ ਵਾ ਕਿ ਉਹ ਬਿਜ਼ਨਸ ਦੀ ਗਰੋਥ ਵੀ ਕਰੇ, ਠੀਕ ਆ। ਉਹਦੇ ਲਈ ਉਹ ਜਿਹੜੇ ਵੀ ਮੈਜ਼ਰ ਜਾਂ ਸਟੈਪ ਉਠਾਉਣਾ ਚਾਹੁੰਦੀ ਆ ਉਹ ਉਠਾਵੇ, ਜਿਹਦੇ ਨਾਲ ਕੰਪਨੀ ਦੀ ਸੇਲ ਜਿਹੜੀ ਇਨਕਰੀਜ਼ ਹੋਵੇ, ਠੀਕ ਆ। ਜੇ ਕੰਪਨੀ ਦੀ ਗੱਲ ਕਰੀਏ ਤਾਂ ਸੇਲ ਇਨਕਰੀਜ਼ ਹੋਵੇ, ਜੇ ਸਕੂਲ ਦੀ ਗੱਲ ਕਰਾਂ ਅਤੇ ਬੱਚਿਆਂ ਦੀ ਜਿਹੜੀ ਸਟਰੈਂਥ ਕਿੱਦਾਂ ਇਨਕਰੀਜ਼ ਹੋਊਗੀ। ਇੱਦਾਂ ਹਰ ਆਰਗੇਨਾਈਜੇਸ਼ਨ ਦੇ ਵਿੱਚ ਇਹ ਗਰੋਥ ਦਾ ਮਤਲਬ ਅਲੱਗ ਹੋ ਸਕਦਾ ਵਾ ਕਿ ਇੱਕ ਕੰਪਨੀ ਕਿੱਦਾਂ ਗਰੋਥ ਕਰ ਸਕਦੀ ਹੈ, ਠੀਕ ਆ। ਇਹ ਮੈਨੇਜਮੈਂਟ ਨੇ ਜਿਹੜਾ ਧਿਆਨ ਦੇ ਵਿੱਚ ਰੱਖਣਾ ਵਾ। ਬੱਚੋ ਇਹ ਧਿਆਨ ਰੱਖਣਾ ਵਾ ਕਿ ਮੈਨੇਜਮੈਂਟ ਕੀ ਆ, ਠੀਕ ਆ। ਮੈਨੇਜਮੈਂਟ ਹਰ ਜਗ੍ਹਾ ਹੁੰਦੀ ਆ, ਜਿਵੇਂ ਆਪਣੇ ਸਕੂਲ ਦੇ ਵਿੱਚ ਵੀ ਮੈਨੇਜਮੈਂਟ ਹੈਗੀ ਆ, ਕੋਆਰਡੀਨੇਟਰਸ ਜਿਵੇਂ ਮੈਨੇਜ ਕਰਦੇ ਆ, ਠੀਕ ਆ। ਅਕਾਊਂਟ ਆਫਿਸ ਸਾਰਾ ਕੁਛ ਮੈਨੇਜ, ਟੀਚਰਸ ਜਿਵੇਂ ਸਭ ਕੁਛ ਮੈਨੇਜ ਕਰਦੇ ਆ, ਪ੍ਰਿੰਸੀਪਲ ਸਰ ਤੇ ਸਿਰਫ ਡਾਇਰੈਕਸ਼ਨਸ ਹੀ ਦਿੰਦੇ ਆ, ਠੀਕ ਆ। ਇਹਦਾ ਕੰਪਨੀ ਦੇ ਵਿੱਚ ਜਿਹੜਾ ਓਨਰ ਹੁੰਦਾ ਵਾ ਉਹ ਨਹੀਂ ਮੈਨੇਜਰ ਹੁੰਦਾ, ਜਿਹੜਾ ਉਹਨੇ ਨੀਚੇ ਮੈਨੇਜਮੈਂਟ ਰੱਖੀ ਹੁੰਦੀ, ਜਿਹੜੀ ਇੱਕ ਪ੍ਰੋਪਰ ਟੀਮ ਹੁੰਦੀ, ਬੋਰਡ ਆਫ ਡਾਇਰੈਕਟਰਸ ਹੁੰਦੇ, ਜਿਹੜੇ ਸਾਰੇ ਡਿਸੀਜ਼ਨ ਲੈਂਦੇ ਆ, ਉਹ ਮੈਨੇਜਮੈਂਟ ਆ, ਠੀਕ ਆ। ਉਹੀ ਸਾਰਾ ਕੁਛ ਜਿਹੜਾ ਉਹ ਡਿਸੀਜ਼ਨ ਲੈ ਰਹੀ ਆ। ਇਹਦੇ ਵਿੱਚ ਜਿਵੇਂ ਅੱਗੇ ਨੈਕਸਟ ਸੋਸ਼ਲ ਆਬਜੈਕਟਿਵ ਆ ਗਿਆ। ਸੋਸ਼ਲ ਆਬਜੈਕਟਿਵ ਦਾ ਮਤਲਬ ਫਿਰ ਉਹੀ ਕਿ ਸਿਰਫ ਪ੍ਰੋਫਿਟ ਹੀ ਨਹੀਂ ਕਮਾਈ ਜਾਣਾ, ਸੁਸਾਇਟੀ ਦੇ ਪ੍ਰਤੀ ਜਿਹੜੀ ਜ਼ਿੰਮੇਵਾਰੀਆਂ ਬਣਦੀਆਂ ਵਾ ਇੱਕ ਬਿਜ਼ਨਸ ਹਾਊਸ ਦੀਆਂ, ਉਹ ਵੀ ਮੈਨੇਜਮੈਂਟ ਨੇ ਹੀ ਪਰਫਾਰਮ ਕਰਨੀਆਂ ਨੇ। ਪਰਸਨਲ ਆਬਜੈਕਟਿਵਸ ਵੀ ਫੁਲਫਿਲ ਕਰਨੇ ਆ। ਪਰਸਨਲ ਆਬਜੈਕਟਿਵਸ ਯਾਨੀ ਕਿ ਜਿਹੜੀ ਮੈਨੇਜਮੈਂਟ ਆ ਉਹਨੇ ਖੁਦ ਲਈ ਵੀ ਕੁਛ ਕੰਮ ਕਰਨਾ ਵਾ, ਠੀਕ ਆ। ਜਿਵੇਂ ਕਿ ਆਰਗੇਨਾਈਜੇਸ਼ਨ ਵਿੱਚ ਟਾਰਗੇਟਸ ਮਿਲਦੇ, ਪਤਾ ਟਾਰਗੇਟਡ ਜੋਬਸ ਹੁੰਦੀਆਂ ਨੇ, ਠੀਕ ਆ। ਅਗਰ ਆਪਾਂ ਆਰਗੇਨਾਈਜੇਸ਼ਨਸ ਦੇ ਲਈ ਅੱਛਾ ਕੰਮ ਕਰਾਂਗੇ ਅਤੇ ਸਾਨੂੰ ਵੀ ਅੱਛੇ ਇਨਸੈਂਟਿਵਸ ਵਗੈਰਾ ਮਿਲਣਗੇ, ਜਿਹਦੇ ਨਾਲ ਸਾਡੇ ਪਰਸਨਲ ਆਬਜੈਕਟਿਵਸ ਵੀ ਫੁਲਫਿਲ ਹੋ ਜਾਣਗੇ।
ਇੰਪੋਰਟੈਂਸ ਆਫ ਮੈਨੇਜਮੈਂਟ, ਠੀਕ ਹੈ। ਇਹਦੇ ਵਿੱਚ ਪਹਿਲਾਂ ਹੈਗਾ ਅਚੀਵਿੰਗ ਗਰੁੱਪ ਗੋਲਸ। ਇਹਦੇ ਵਿੱਚ ਕਿਹਾ ਵਾ ਕਿ ਜਿਹੜੀ ਮੈਨੇਜਮੈਂਟ ਹੈਗੀ ਆ ਉਹ ਟੀਮ ਵਰਕ ਦੇ ਵਿੱਚ ਕੰਮ ਕਰਦੀ ਆ, ਕੋਆਰਡੀਨੇਸ਼ਨ 'ਚ ਕੰਮ ਕਰਦੀ ਆ। ਸੋ ਜਿਹੜਾ ਵਾ ਇੱਕ ਮੈਨੇਜਰ ਸਾਰਿਆਂ ਨੂੰ ਕਾਮਨ ਡਾਇਰੈਕਸ਼ਨ ਪ੍ਰੋਵਾਈਡ ਕਰੇਗਾ ਕਿ ਉਹ ਆਪਣਾ ਇੰਡੀਵਿਜੂਅਲੀ ਐਫਰਟ ਲਗਾਉਣ, ਖੁਦ ਦੇ ਐਫਰਟ ਲਗਾਉਣ ਅਤੇ ਕਿ ਇੱਕ ਆਰਗੇਨਾਈਜੇਸ਼ਨ ਦੇ ਗੋਲਸ ਜਿਹੜੇ ਅਚੀਵ ਕਰਨ। ਕਿਉਂਕਿ ਜਦੋਂ ਆਰਗੇਨਾਈਜੇਸ਼ਨ ਦੇ ਗੋਲਸ ਅਚੀਵ ਹੋ ਜਾਂਦੇ ਆ ਅਤੇ ਇੰਡੀਵਿਜੂਅਲੀ ਵੀ ਉਹ ਜਿਹੜੇ ਗੋਲਸ ਆਪਣੇ ਅਚੀਵ ਹੋ ਜਾਂਦੇ ਆ। ਸੈਕਿੰਡ, ਇਨਕਰੀਜ਼ ਐਫੀਸ਼ੀਐਂਸੀ, ਕਿ ਮੈਨੇਜਮੈਂਟ ਜਿਹੜਾ ਵਾ ਡਿਫਰੈਂਟ ਰਿਸੋਰਸਿਸ ਦੇ ਰਾਹੀਂ ਉਹਦੇ ਕੋਲ ਜਿਹੜੇ ਵੀ ਰਿਸੋਰਸਿਸ ਹੁੰਦੇ ਆ ਪੂਰੀ ਕੋਸ਼ਿਸ਼ ਕਰਦੇ ਕਿ ਕਾਸਟ ਨੂੰ ਰਿਡਿਊਸ ਕੀਤਾ ਜਾਵੇ ਅਤੇ ਕੰਪਨੀ ਦੀ ਪ੍ਰੋਡਕਟੀਵਿਟੀ ਨੂੰ ਇਨਕਰੀਜ਼ ਕੀਤਾ ਜਾਵੇ, ਜਿਹਦੇ ਨਾਲ ਕੰਪਨੀ ਦੀ ਐਫੀਸ਼ੀਐਂਸੀ ਇਨਕਰੀਜ਼ ਹੋਵੇ। ਥਰਡ, ਕ੍ਰੀਏਟਿਵ ਡਾਇਨਾਮਿਕ ਆਰਗੇਨਾਈਜੇਸ਼ਨ, ਕਿ ਕੰਪਨੀ ਨੂੰ ਇਸ ਤਰੀਕੇ ਨਾਲ ਬਣਾਉਣਾ ਵਾ, ਆਪਣੀ ਆਰਗੇਨਾਈਜੇਸ਼ਨ ਨੂੰ ਡਾਇਨਾਮਿਕ ਬਣਾਉਣਾ ਵਾ, ਠੀਕ ਆ। ਡਾਇਨਾਮਿਕ ਆਪਾਂ ਅੱਗੇ ਵੀ ਪੜ੍ਹਿਆ ਵਾ ਕਿ ਉਹ ਸਰਵਾਈਵਲ ਦੇ ਲਈ ਅਤੇ ਗਰੋਥ ਦੇ ਲਈ ਬਹੁਤ ਜ਼ਰੂਰੀ ਆ। ਕਿ ਇਨਵਾਇਰਮੈਂਟ ਚੇਂਜ ਹੁੰਦਾ ਰਹਿੰਦਾ, ਬਿਜ਼ਨਸ ਇਨਵਾਇਰਮੈਂਟ, ਠੀਕ ਆ। ਬਿਜ਼ਨਸ ਟੈਕਨੀਕ ਚੇਂਜ ਹੁੰਦੀਆਂ ਰਹਿੰਦੀਆਂ ਵਾ, ਉਹਦੇ ਅਕੋਰਡਿੰਗ ਹੀ ਬਿਜ਼ਨਸ ਨੂੰ ਵੀ ਚੇਂਜ ਕਰਨਾ ਜ਼ਰੂਰੀ ਹੁੰਦਾ ਵਾ, ਠੀਕ ਆ। ਅਗਰ ਤੇ ਬਿਜ਼ਨਸ ਨੂੰ ਆਪਾਂ ਚੇਂਜ ਕਰ ਪਾਉਂਦੇ ਹਾਂ ਤਾਂ ਫਿਰ ਹੀ ਉਹ ਜਿਹੜਾ ਇੱਕ ਕ੍ਰੀਏਟਿਵ ਡਾਇਨਾਮਿਕ ਆਰਗੇਨਾਈਜੇਸ਼ਨ ਆ। ਅਗਰ ਇੱਕ ਆਰਗੇਨਾਈਜੇਸ਼ਨ ਫਿਕਸਡ ਹੀ ਫੰਕਸ਼ਨਸ ਪਰਫਾਰਮ ਕਰਦੀ ਪਈ ਆ ਅਤੇ ਉਹ ਡਾਇਨਾਮਿਕ ਆਰਗੇਨਾਈਜੇਸ਼ਨਸ ਨਹੀਂ ਹੈਗੀ। ਫੋਰਥ, ਅਚੀਵਿੰਗ ਪਰਸਨਲ ਆਬਜੈਕਟਿਵ, ਠੀਕ ਆ। ਇਹਦੇ ਬਾਰੇ ਆਪਾਂ ਅੱਗੇ ਵੀ ਗੱਲ ਕਰ ਲਈ ਹੈ, ਇਹ ਦੁਬਾਰਾ ਨਹੀਂ ਕਰਾਂਗੇ। ਦੈਨ ਡਿਵੈਲਪਮੈਂਟ ਆਫ ਸੁਸਾਇਟੀ, ਕਿ ਮੈਨੇਜਮੈਂਟ ਨੇ ਜਿਹੜਾ ਵਾ ਸੁਸਾਇਟੀ ਦੀ ਡਿਵੈਲਪਮੈਂਟ ਵਾਸਤੇ ਵੀ ਕੰਮ ਕਰਨਾ ਵੀ ਇਹਦੀ ਇੰਪੋਰਟੈਂਸ ਹੁੰਦੀ ਹੈ। ਕਿ ਮੈਨੇਜਮੈਂਟ ਦੇ ਵਿੱਚ ਜਿਹੜਾ ਵਾ ਗੁੱਡ ਕੁਆਲਿਟੀ ਪ੍ਰੋਡਕਟਸ ਜਿਹੜੇ ਕ੍ਰੀਏਟ ਕੀਤੇ ਜਾਂਦੇ, ਕਿ ਚੰਗੀ ਮੈਨੇਜਮੈਂਟ ਵਧੀਆ ਪ੍ਰੋਡਕਟਸ ਆਪਣੇ ਕਸਟਮਰਸ ਨੂੰ ਪ੍ਰੋਵਾਈਡ ਕਰਦੀ ਆ। ਉਹ ਜਿਹੜਾ ਵਾ ਆਪਣੀ ਕੰਟਰੀ ਦੇ ਵਿੱਚ, ਆਪਣੀ ਸਟੇਟ ਦੇ ਵਿੱਚ, ਆਪਣੀ ਸਿਟੀ ਦੇ ਵਿੱਚ ਜਿਹੜੀਆਂ ਵਾ ਇੰਪਲੋਇਮੈਂਟ ਓਪਰਚੁਨਿਟੀਜ਼ ਕ੍ਰੀਏਟ ਕਰਦੀ, ਲੋਕਾਂ ਨੂੰ ਨੌਕਰੀਆਂ ਦਿੰਦੀ ਆ, ਨਵੀਂ ਟੈਕਨੋਲੋਜੀ ਅਡੋਪਟ ਕਰਦੀ, ਉਹਦੇ ਨਾਲ ਕੀ ਹੁੰਦਾ ਸੋਸਾਇਟੀ ਦੀ ਡਿਵੈਲਪਮੈਂਟ ਹੁੰਦੀ ਆ। ਦੈਨ ਜਿਹੜਾ ਵਾ ਠੀਕ ਹੈ, ਦੈਨ ਮੈਨੇਜਮੈਂਟ ਐਜ਼ ਐਨ ਆਰਟ, ਕਿਉਂਕਿ ਮੈਨੇਜਮੈਂਟ ਇੱਕ ਆਰਟ ਵੀ ਅਤੇ ਸਾਇੰਸ ਵੀ ਹੈ। ਇਹ ਆਰਟ ਇੱਦਾਂ ਵਾ ਕਿ ਜਿਹੜਾ ਮੈਨੇਜਰ ਆ, ਠੀਕ ਆ, ਉਹਦੇ ਕੋਲ ਇਹ ਕਲਾ ਹੈਗੀ ਕਿ ਉਹਨੇ ਦੂਸਰਿਆਂ ਕੋਲੋਂ ਕਿੱਦਾਂ ਕੰਮ ਲੈਣਾ ਵਾ, ਠੀਕ ਆ। ਦੂਜਿਆਂ ਦੀ ਨੌਲੇਜ ਅਤੇ ਦੂਜਿਆਂ ਦੇ ਟੈਲੈਂਟ ਨੂੰ ਕਿੱਦਾਂ ਆਪਣੀ ਕੰਪਨੀ ਦੇ ਲਈ ਯੂਜ਼ ਕਰਨਾ ਵਾ, ਠੀਕ ਹੈ। ਇਸ ਦੇ ਲਈ ਉਹ ਸਟੱਡੀ ਕਰਦਾ ਵਾ, ਓਬਜ਼ਰਵੇਸ਼ਨ ਕਰਦਾ ਦੂਜਿਆਂ ਦੇ ਐਕਸਪੀਰੀਅੰਸ ਨੂੰ ਕੰਪਨੀ ਦੇ ਲਈ ਯੂਜ਼ ਕਰਦਾ ਵਾ। ਉਹਦੇ ਕੋਲ ਇਸ ਚੀਜ਼ ਦੀ ਥਿਓਰੈਟੀਕਲ ਨੌਲੇਜ ਹੁੰਦੀ ਆ, ਠੀਕ ਆ। ਉਹਦੇ ਕੋਲ ਜਿਹੜਾ ਵਾ ਪਰਸਨਲਾਈਜ਼ ਐਪਲੀਕੇਸ਼ਨਸ ਹੁੰਦੀਆਂ ਨੇ। ਪਰਸਨਲਾਈਜ਼ ਐਪਲੀਕੇਸ਼ਨਸ ਦਾ ਮਤਲਬ ਉਹਨੂੰ ਪਤਾ ਹੁੰਦਾ ਕਿ ਕਿਹੜੇ ਪਰਸਨ ਨੂੰ ਕਿੱਥੇ ਜਿਹੜਾ ਵਾ ਅਪੋਇੰਟ ਕਰਨਾ ਵਾ, ਰਾਈਟ ਪਰਸਨ ਟੂ ਰਾਈਟ ਜੋਬ, ਅਤੇ ਉਹ ਉਹਨਾਂ ਪਰਸਨ ਦੀ ਪ੍ਰੈਕਟਿਸ ਅਤੇ ਕ੍ਰੀਏਟੀਵਿਟੀ ਨੂੰ ਆਪਣੇ ਆਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰਨ ਦੇ ਵਿੱਚ ਯੂਜ਼ ਕਰਦਾ ਵਾ। ਮੈਨੇਜਮੈਂਟ ਇੱਕ ਸਾਇੰਸ ਵੀ ਹੈ, ਇਹਦੇ ਬਾਰੇ ਆਪਾਂ ਅੱਗੇ ਜਾ ਕੇ ਡਿਟੇਲ 'ਚ ਪੜ੍ਹਾਂਗੇ, ਕਿਉਂਕਿ ਇਹ ਜਿਹੜਾ ਕੁਛ ਪ੍ਰਿੰਸੀਪਲਸ ਦੇ ਬੇਸਿਸ 'ਤੇ ਹੈ। ਇਹਦੇ ਲਈ ਆਪਣਾ ਪੂਰਾ ਸੈਕਿੰਡ ਜਿਹੜਾ ਚੈਪਟਰ ਹੈਗਾ ਵਾ, ਠੀਕ ਆ। ਕਿਉਂਕਿ ਸਾਇੰਟੀਫਿਕ ਪ੍ਰਿੰਸੀਪਲ ਦੇ ਉੱਤੇ ਜਿਹੜਾ ਮੈਨੇਜਮੈਂਟ ਚੱਲਦੀ ਹੈ। ਵਿਦਾਊਟ ਸਾਇੰਟੀਫਿਕ ਪ੍ਰਿੰਸੀਪਲ ਜਿਹੜਾ ਮੈਨੇਜਮੈਂਟ ਦੇ ਕੋਈ ਵੀ ਫੰਕਸ਼ਨ ਨੂੰ ਆਪਾਂ ਜਿਹੜਾ ਪਰਫੋਰਮ ਨਹੀਂ ਕਰ ਸਕਦੇ। ਇਹਦੇ ਬਾਰੇ ਆਪਾਂ ਸੈਕਿੰਡ ਚੈਪਟਰ 'ਚ ਡਿਟੇਲ 'ਚ ਪੜ੍ਹਾਂਗੇ ਕਿ ਕਿੱਦਾਂ ਮੈਨੇਜਮੈਂਟ ਇੱਕ ਸਾਇੰਸ ਆ। ਜਿਸ ਤੋਂ ਬਾਅਦ ਜਿਹੜਾ ਮੈਨੇਜਮੈਂਟ ਇੱਕ ਪ੍ਰੋਫੈਸ਼ਨ ਆ, ਕਿਉਂਕਿ ਇਹਦੇ ਵਿੱਚ ਕੁਆਲੀਫਿਕੇਸ਼ਨ ਜ਼ਰੂਰੀ ਆ, ਠੀਕ ਆ। ਇੱਕ ਮੈਨੇਜਰ ਨੂੰ ਰੱਖਣ ਵਾਸਤੇ ਕੁਆਲੀਫਿਕੇਸ਼ਨ ਜ਼ਰੂਰੀ, ਸਿਰਫ ਮੈਨੇਜਰ ਦੀ ਨਹੀਂ ਗੱਲ ਕਰੀਏ, ਇਹਦੇ ਵਿੱਚ ਜਿੰਨੇ ਵੀ ਪ੍ਰੋਫੈਸ਼ਨਲ ਪਰਸਨ ਦੇ ਸਾਰੇ ਪ੍ਰੋਫੈਸ਼ਨਲਸ ਹੁੰਦੇ ਨੇ, ਠੀਕ ਆ। ਜਿਵੇਂ ਕਿ ਆਪਾਂ ਪੜ੍ਹਿਆ ਸੀ ਬਿਜ਼ਨਸ ਦੀਆਂ 3 ਟਾਈਪਸ, ਇੰਪਲੋਇਮੈਂਟ, ਬਿਜ਼ਨਸ ਅਤੇ ਪ੍ਰੋਫੈਸ਼ਨ। ਇੱਕ ਹਿਸਾਬ ਦਾ ਪ੍ਰੋਫੈਸ਼ਨ ਆ। ਇਹਦੇ ਵਿੱਚ ਜਿਹੜੀ ਆ ਵੈਲ ਡਿਫਾਈਨਡ ਬੋਡੀ ਆਫ ਨੌਲੇਜ ਚਾਹੀਦੀ ਆ ਪਰਸਨ ਨੂੰ। ਰਿਸਟ੍ਰਿਕਟਡ ਐਂਟਰੀ ਦਾ ਮਤਲਬ ਹੈ ਕਿ ਇਹਦੇ ਵਿੱਚ ਉਹੀ ਪਰਸਨ ਆਉਂਦਾ ਜਿਹਦੇ ਕੋਲ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨਸ ਹੁੰਦੀ ਆ, ਠੀਕ ਆ। ਉਹੀ ਪਰਸਨ ਮੈਨੇਜਮੈਂਟ ਦਾ ਪਾਰਟ ਬਣ ਸਕਦਾ ਵਾ। ਥਰਡ, ਪ੍ਰੋਫੈਸ਼ਨਲ ਐਸੋਸੀਏਸ਼ਨ ਸੀ ਜਿਹੜੀਆਂ ਵਾ ਇਹਨਾਂ ਨੂੰ ਹਾਇਰ ਕਰਦੀਆਂ ਨੇ। ਜਿਹੜੇ ਪਰਸਨ ਨੇ ਮੈਨੇਜਮੈਂਟ ਦੇ ਅੰਡਰ ਜੋਬ ਕਰਨੀ ਹੁੰਦੀ ਆ ਜਾਂ ਮੈਨੇਜਮੈਂਟ ਦਾ ਪਾਰਟ ਬਣਨਾ ਹੁੰਦਾ, ਪ੍ਰੋਫੈਸ਼ਨਲ ਐਸੋਸੀਏਸ਼ਨ ਇਹਨੂੰ ਹਾਇਰ ਕਰਦੀਆਂ ਵਾ। ਫਿਰ ਪ੍ਰੋਪਰ ਉਹਨਾਂ ਦਾ ਇੱਕ ਕੋਡ ਆਫ ਕੰਡਕਟ ਹੁੰਦਾ ਵਾ, ਰੂਲ ਐਂਡ ਰੈਗੂਲੇਸ਼ਨਸ ਹੁੰਦੇ ਆ, ਠੀਕ ਆ। ਅਤੇ ਉਹਨਾਂ ਦਾ ਮੇਨ ਮਕਸਦ ਹੁੰਦਾ ਵਾ ਕਿ ਜਿਹੜੇ ਕੰਮ ਵਾਸਤੇ ਉਹਨਾਂ ਨੂੰ ਰੱਖਿਆ ਗਿਆ, ਜਿਹੜੇ ਪ੍ਰੋਫੈਸ਼ਨ ਵਾਸਤੇ ਉਹਨਾਂ ਨੂੰ ਰੱਖਿਆ ਗਿਆ ਵਾ, ਉਹ ਉਸ ਪ੍ਰੋਫੈਸ਼ਨ ਦੇ ਲਈ ਆਪਣਾ ਸਰਵਿਸ ਮੋਟਿਵ ਜਿਹੜਾ ਪ੍ਰੋਵਾਈਡ ਕਰਨ, ਠੀਕ ਆ। ਆਪਣੀ ਕੰਪਨੀ ਦੇ ਕਲਾਇੰਟਸ ਨੂੰ ਪ੍ਰੋਪਰ ਸਰਵਿਸਿਜ਼ ਜਿਹੜੀਆਂ ਵਾ ਪ੍ਰੋਵਾਈਡ ਕਰਨ, ਠੀਕ ਆ। ਜਿਸ ਤੋਂ ਬਾਅਦ ਆ ਗਿਆ ਲੈਵਲ ਆਫ ਮੈਨੇਜਮੈਂਟ, ਜਿਹਦੇ ਵਿੱਚ 3 ਹੁੰਦੇ ਆ, ਟੌਪ ਲੈਵਲ, ਮਿਡਲ ਲੈਵਲ ਅਤੇ ਓਪਰੇਸ਼ਨਲ ਲੈਵਲ। ਟੌਪ ਲੈਵਲ 'ਤੇ ਬੋਰਡ ਆਫ ਡਾਇਰੈਕਟਰ, ਚੀਫ ਐਗਜ਼ੀਕਿਊਟਿਵ ਆਫਿਸਰ। ਮਿਡਲ ਲੈਵਲ 'ਤੇ ਡਿਪਾਰਟਮੈਂਟਲ ਮੈਨੇਜਰ, ਫੰਕਸ਼ਨਲ ਮੈਨੇਜਰ, ਜਿੰਨੇ ਵੀ ਡਿਪਾਰਟਮੈਂਟ ਹੋਏ ਉਹਨਾਂ ਸਾਰਿਆਂ ਦੇ ਮੈਨੇਜਰ। ਅਤੇ ਲੋਅਰ ਲੈਵਲ 'ਤੇ ਸੁਪਰਵਾਈਜ਼ਰ, ਵਰਕਰ ਅਤੇ ਫੋਰਮੈਨਸ, ਠੀਕ ਆ। ਇਹ ਪਰਸਨਸ ਜਿਹੜੇ ਆ ਇੱਕ ਮੈਨੇਜਮੈਂਟ ਦੇ ਅੰਡਰ ਆਪਣਾ ਫੰਕਸ਼ਨ ਜਿਹੜਾ ਵਾ ਪਰਫੋਰਮ ਕਰਦੇ ਨੇ। ਟੌਪ ਲੈਵਲ ਮੈਨੇਜਮੈਂਟ ਜਿਹੜਾ ਅਥਾਰਟੀ ਸੌਂਪਦੀ ਆ ਮਿਡਲ ਲੈਵਲ ਮੈਨੇਜਮੈਂਟ ਅਤੇ ਲੋਅਰ ਲੈਵਲ ਮੈਨੇਜਮੈਂਟ ਨੂੰ, ਅਤੇ ਫਿਰ ਮਿਡਲ ਲੈਵਲ ਅਤੇ ਲੋਅਰ ਲੈਵਲ ਜਿਹੜਾ ਆਪਣੀ ਰਿਸਪੋਂਸੀਬਿਲਿਟੀ ਜਿਹੜੀਆਂ ਵਾ ਟੌਪ ਲੈਵਲ ਮੈਨੇਜਮੈਂਟ ਨੂੰ ਨਿਭਾ ਕੇ ਦਿਖਾਉਂਦਾ ਵਾ। ਟੌਪ ਲੈਵਲ ਜਿਹੜਾ ਵਾ ਉਹ ਪਾਲਿਸੀਜ਼ ਤਿਆਰ ਕਰਦਾ ਵਾ, ਠੀਕ ਆ। ਪਾਲਿਸੀਜ਼ ਨੂੰ ਫਾਰਮੂਲੇਟਿੰਗ ਕਰਦਾ ਵਾ। ਮਿਡਲ ਲੈਵਲ ਜਿਹੜਾ ਉਹਨਾਂ ਪਾਲਿਸੀਜ਼ ਦੇ ਰਿਗਾਰਡਿੰਗ ਫਿਰ ਅਵੇਲੇਬਲ ਰਿਸੋਰਸਿਸ ਵੇਖਦਾ ਵਾ ਕਿ ਉਹ ਰਿਸੋਰਸਿਸ ਹੈਗੇ ਵੀ ਕਿ ਨਹੀਂ ਹੈਗੇ। ਦੈਨ ਫਿਰ ਲੋਅਰ ਲੈਵਲ ਨੂੰ ਜਿਹੜਾ ਮਿਡਲ ਲੈਵਲ ਉਹ ਰਿਸੋਰਸਿਸ ਅਵੇਲੇਬਲ ਕਰਵਾਉਂਦਾ ਵਾ, ਅਤੇ ਲੋਅਰ ਲੈਵਲ ਉਹ ਫੰਕਸ਼ਨਸ ਜਿਹੜੇ ਆ ਪਰਫੋਰਮ ਕਰਕੇ ਦਿੰਦੇ ਨੇ। ਨੈਕਸਟ ਹੈਗਾ ਫੰਕਸ਼ਨਸ ਆਫ ਮੈਨੇਜਮੈਂਟ। ਇਹ ਕਾਫੀ ਇੰਪੋਰਟੈਂਟ ਕੁਐਸਚਨ ਵੀ ਹੈਗਾ ਵਾ, ਔਰ ਸਾਰਾ ਜਿਹੜਾ ਸਬਜੈਕਟ ਇਹਨਾਂ 5 ਫੰਕਸ਼ਨ ਦੇ ਉੱਤੇ ਬੇਸਡ ਆ, ਅਤੇ ਇਹੀ 5 ਪੁਆਇੰਟ ਅੱਗੇ ਜਾ ਕੇ 5 ਡਿਫਰੈਂਟ ਚੈਪਟਰ ਵੀ ਹੈਗੇ ਨੇ। ਪਹਿਲਾਂ ਹੈਗਾ ਵਾ ਪਲੈਨਿੰਗ, ਕਿ ਮੈਨੇਜਮੈਂਟ ਦੇ ਵਿੱਚ ਪਹਿਲਾ ਫੰਕਸ਼ਨ ਕੀ ਹੁੰਦਾ, ਸਭ ਤੋਂ ਪਹਿਲਾਂ ਮੈਨੇਜਮੈਂਟ ਜਿਹੜਾ ਪਲਾਨ ਕਰਦੀ ਆ ਕਿ ਉਹ ਜੇ ਫਿਊਚਰ 'ਚ ਉਹਨੇ ਕੀ ਕਰਨਾ ਵਾ, ਕਦੋਂ ਕਰਨਾ ਅਤੇ ਕਿੱਥੇ ਕਰਨਾ ਵਾ। ਸੈਕਿੰਡ, ਆਰਗੇਨਾਈਜ਼ਿੰਗ, ਠੀਕ ਆ। ਪਲੈਨਿੰਗ ਕਰਨ ਤੋਂ ਬਾਅਦ ਫਿਰ ਜਿਹੜਾ ਵਾ ਉਹ ਡਿਊਟੀਜ਼ ਜਿਹੜਾ ਸਿਲੈਕਟ ਕਰਦੀ ਆ ਕਿ ਕਿਹਨੂੰ ਜਿਹੜਾ ਵਾ ਡਿਊਟੀਜ਼ ਅਸਾਈਨ ਕਰਨੀਆਂ ਵਾ, ਕਿਹਨੂੰ ਗਰੁੱਪ ਦੇ ਟਾਸਕ ਦਿੱਤੇ ਜਾਣਗੇ, ਠੀਕ ਆ। ਅਥਾਰਟੀਜ਼ ਕਿਹਨੂੰ ਦਿੱਤੀਆਂ ਜਾਣ ਅਤੇ ਕਿਹੜੇ ਪਰਸਨ ਨੂੰ ਰਿਸਪੋਂਸੀਬਿਲਿਟੀ ਦਿੱਤੀ ਜਾਵੇ, ਠੀਕ ਆ। ਥਰਡ 'ਤੇ ਫਿਰ ਸਟਾਫਿੰਗ, ਆਰਗੇਨਾਈਜ਼ ਕਰਨ ਤੋਂ ਬਾਅਦ ਸਾਰਾ ਡਾਟਾ ਜਿਹੜਾ ਵਾ ਫਿਰ ਸਟਾਫ ਵੀ ਰੱਖਣਾ ਵਾ, ਠੀਕ ਆ। ਰਾਈਟ ਪਰਸਨ ਟੂ ਰਾਈਟ ਜੋਬ, ਜਿਵੇਂ ਡਿਫਰੈਂਟ ਡਿਪਾਰਟਮੈਂਟਸ ਹੁੰਦੇ ਆ, ਪ੍ਰੋਡਕਸ਼ਨ
ਜਿਵੇਂ ਡਿਫਰੈਂਟ ਡਿਪਾਰਟਮੈਂਟਸ ਦੇ ਲਈ ਜਿਹੜਾ ਡਿਫਰੈਂਟ ਪਰਸਨ ਰੱਖਣੇ ਆ। ਜੇ ਅਕਾਊਂਟੈਂਟ ਰੱਖਣਾ ਵਾ ਤਾਂ ਫਿਰ ਉਹਦੀ ਕੁਆਲੀਫਿਕੇਸ਼ਨ ਜਿਹੜੀ ਕਮਰਸ ਦੀ ਹੋਣੀ ਚਾਹੀਦੀ ਆ। ਕੋਈ ਲੈਬ ਵਿੱਚ ਰੱਖਣਾ ਵਾ ਅਤੇ ਉਹਦੀ ਜਿਹੜੀ ਸਾਇੰਸ ਚਾਹੀਦੀ। ਸੋ ਮਤਲਬ ਕਿ ਰਾਈਟ ਪਰਸਨ ਰਾਈਟ ਜੋਬ ਕਿ ਸਹੀ ਕੁਆਲੀਫਾਈ ਸਟਾਫ ਰੱਖਣਾ ਵਾ। ਫਿਰ ਫੋਰਥ ਆਉਂਦਾ ਵਾ ਡਾਇਰੈਕਟਿੰਗ, ਕਿ ਸਟਾਫ ਰੱਖਣ ਤੋਂ ਬਾਅਦ ਉਹਨਾਂ ਨੂੰ ਡਾਇਰੈਕਸ਼ਨਸ ਵੀ ਪ੍ਰੋਵਾਈਡ ਕਰਨੀਆਂ ਵਾ। ਉਹਨਾਂ ਨੂੰ ਜਿਹੜਾ ਉਹਨਾਂ ਦੀ ਅਥੋਰਟੀਜ਼ ਦੇਣੀਆਂ ਵਾ ਅਤੇ ਰਿਸਪੋਂਸੀਬਿਲਿਟੀ ਦੇਣੀਆਂ ਵਾ ਕਿ ਕਿੰਨੇ ਕਿਹੜਾ ਕੰਮ ਕਰਨਾ ਵਾ। ਠੀਕ ਆ, ਉਹ ਪ੍ਰੋਪਰ ਇੱਕ ਲੀਡਰ ਰੱਖਿਆ ਜਾਂਦਾ ਵਾ। ਲੀਡਰ ਉਹਨਾਂ ਨੂੰ ਮੋਟੀਵੇਟ ਵੀ ਕਰਦਾ ਵਾ। ਅਤੇ ਲਾਸਟ 'ਤੇ ਕੰਟਰੋਲਿੰਗ। ਠੀਕ ਆ, ਕੰਟਰੋਲਿੰਗ ਜਿਹੜਾ ਵਾ ਸਾਰਾ ਸੁਪਰਵਿਜ਼ਨ, ਇਹਨੂੰ ਸੁਪਰਵਿਜ਼ਨ ਵੀ ਕਹਿੰਦੇ ਹਾਂ। ਔਰ ਇਹ ਇੱਕ ਪਰਸਨ ਜਿਹੜਾ ਵਾ ਸੁਪਰਵਾਈਜ਼ਰ ਕਰਦਾ ਵਾ ਕਿ ਉਹਦੇ 'ਚ ਦੇਖਿਆ ਜਾਂਦਾ ਕਿ ਜਿੰਨੇ ਵੀ ਕੰਮ ਜਿਹੜੇ ਆ ਸਟਾਫ ਨੂੰ ਦਿੱਤੇ ਗਏ ਸੀ ਡਾਇਰੈਕਸ਼ਨ ਦੇ ਕੇ, ਕਿ ਉਹ ਸਾਰੇ ਕੰਮ ਉਹ ਕਰਦੇ ਵੀ ਪਏ ਆ ਕਿ ਨਹੀਂ ਕਰਦੇ ਪਏ। ਠੀਕ ਆ, ਕੰਟਰੋਲਿੰਗ ਨੂੰ ਆਪਾਂ ਮੋਨੀਟਰਿੰਗ ਵੀ ਕਹਿ ਸਕਦੇ ਹਾਂ। ਸੋ ਬੱਚੋ ਇਹਦੇ ਨਾਲ ਹੀ ਜਿਹੜਾ ਵਾ ਇਹ ਪਹਿਲਾ ਚੈਪਟਰ ਜਿਹੜਾ ਸਮਾਪਤ ਹੋ ਜਾਂਦਾ ਵਾ। ਪਹਿਲੇ ਚੈਪਟਰ ਦੀਆਂ ਤੁਸੀਂ ਵੀਡੀਓਜ਼ ਵੀ ਦੇਖ ਲਈਆਂ ਹੋਣਗੀਆਂ, ਪਰ ਪੰਜਾਬੀ ਦੇ ਵਿੱਚ ਤੁਹਾਨੂੰ ਸਾਰਾ ਇੱਕ ਵਾਰੀ ਜਿਹੜਾ ਵਾ ਓਵਰਵਿਊ ਰਿਵਿਊ ਦੇ ਦਿੱਤਾ ਵਾ। ਇਹਦੇ ਨਾਲ ਹੀ ਅੱਗੇ ਇੱਕ ਕੰਟਰੋਲਿੰਗ ਵੀ ਹੈਗਾ ਇਸ ਚੈਪਟਰ ਵਿੱਚ, ਉਹ ਆਪਾਂ ਵੱਖਰਾ ਕਰਾਂਗੇ। ਉਹਦੇ ਵਾਸਤੇ ਇੱਕ ਅਲੱਗ ਚੈਪਟਰ ਹੈਗਾ ਵਾ ਕੰਟਰੋਲਿੰਗ ਵਾਲਾ, ਇਹਦੇ ਵਿੱਚ ਮੈਂ ਨਹੀਂ ਕਵਰ ਕਰ ਲੱਗਾ। ਠੀਕ ਹੈ ਜੀ।